Files. Files in C++. ਫਾਈਲ ਇੱਕ ਡਾਟਾ ਸਟੋਰੇਜ ਕਰਨ ਦਾ ਤਰੀਕਾ ਹੈ। ਪਰਮਾਨੈਂਟ ਡਾਟਾ ਸਟੋਰੇਜ ਫਾਈਲ ਦੀ ਮਦਦ ਨਾਲ ਹੀ ਹੋ ਸਕਦੀ ਹੈ। ਨਾਰਮਲੀ ਜਦੋਂ ਆਪਾਂ ਪ੍ਰੋਗਰਾਮ ਬਣਾਉਂਦੇ ਆ ਤਾਂ ਅਸੀਂ ਵੇਰੀਏਬਲਸ ਡਿਕਲੇਅਰ ਕਰਦੇ ਹਾਂ, ਡਾਟਾ ਇਨਪੁਟ ਕਰਦੇ ਹਾਂ ਤਾਂ ਉਹ ਵੇਰੀਏਬਲਸ ਦੇ ਵਿੱਚ ਸਟੋਰ ਹੋ ਜਾਂਦਾ ਹੈ। ਅਸੀਂ ਉਹਨਾਂ ਤੇ ਕੋਈ ਕੈਲਕੂਲੇਸ਼ਨ ਡਾਟੇ ਤੇ ਕਰਦੇ ਹਾਂ, ਫਿਰ ਉਹਨੂੰ ਡਿਸਪਲੇ ਕਰ ਦਿੰਦੇ ਹਾਂ। ਇਹ ਸਾਰਾ ਕੁਛ ਦੇ ਵਿੱਚ ਜੋ ਡਾਟਾ ਇਨਪੁਟ ਹੋਇਆ ਹੈ ਉਹ ਟੈਂਪਰੇਰੀ ਤੌਰ ਤੇ ਹੀ ਰਿਹਾ ਹੈ। ਉਹ ਡਾਟਾ ਪਰਮਾਨੈਂਟਲੀ ਸਟੋਰ ਨਹੀਂ ਹੋਇਆ। ਉਹ ਮੈਮਰੀ ਦੇ ਵਿੱਚ ਵੇਰੀਏਬਲ ਡਿਕਲੇਅਰ ਹੋਏ ਸੀ ਰੈਮ ਦੇ ਵਿੱਚ, ਉਹਨਾਂ 'ਚ ਸਟੋਰ ਹੋਇਆ ਸੀ। ਜਦੋਂ ਪ੍ਰੋਗਰਾਮ ਦਾ ਐਂਡ ਹੋ ਗਿਆ ਤਾਂ ਵੇਰੀਏਬਲ ਦੀ ਲਾਈਫ ਖਤਮ ਹੋ ਜਾਂਦੀ ਹੈ, ਆਪਾਂ ਪੜ੍ਹਿਆ ਸੀ, ਤਾਂ ਉਹ ਡਾਟਾ ਵੀ ਖਤਮ ਹੋ ਗਿਆ। ਇਹ ਦੋ ਨੰਬਰ ਐਡ ਕਰ ਲੈਣੇ ਜਾਂ ਕੋਈ ਛੋਟੇ ਮੋਟੇ ਇਦਾਂ ਦੇ ਪ੍ਰੋਗਰਾਮ ਬਣਾਉਣੇ ਜਿਨ੍ਹਾਂ 'ਚ ਡਾਟਾ ਬਸ ਦੋ ਚਾਰ ਆਈਟਮਸ ਹੁੰਦੀਆਂ ਨੇ, ਉਹਦੇ 'ਚ ਤਾਂ ਚਲੋ ਇਹ ਓਕੇ ਲੱਗਦਾ ਹੈ। ਪਰ ਜੇ ਅਸੀਂ ਲਾਰਜ ਅਮਾਊਂਟ ਆਫ ਡਾਟਾ ਇਨਪੁਟ ਕਰੀਏ ਤੇ ਉਹ ਇਸ ਤਰ੍ਹਾਂ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਡਿਸਟਰੋਏ ਹੋ ਜਾਵੇ, ਉਹ ਸਾਨੂੰ ਠੀਕ ਨਹੀਂ ਲੱਗੇਗਾ। ਮੰਨ ਲਓ ਕਿ ਅਸੀਂ 350 ਸਟੂਡੈਂਟ ਨੇ ਕੈਂਪਸ ਦੇ ਵਿੱਚ ਜਾਂ ਕਾਲਜ ਚ ਲਾ ਲਓ, ਤੇ ਉਹਨਾਂ ਸਾਰਿਆਂ ਦਾ ਅਸੀਂ ਡਾਟਾ ਇਨਪੁਟ ਕਰਿਆ, ਉਹਨਾਂ ਦਾ ਨਾਮ, ਫਾਦਰ ਨੇਮ, ਮਾਰਕਸ, ਪਰਸੈਂਟੇਜ ਵਗੈਰਾ ਵਗੈਰਾ। ਡਾਟਾ ਇਨਪੁਟ ਕਰਨ ਨੂੰ ਵੀ ਕਈ ਘੰਟੇ ਲੱਗ ਜਾਣਗੇ ਤੇ ਪ੍ਰੋਗਰਾਮ ਐਂਡ ਹੋਏਗਾ, ਉਹ ਡਾਟਾ ਲਾਸ ਹੋ ਜਾਏਗਾ। ਬੜੀ ਅਜੀਬ ਗੱਲ ਹੈ। ਤਾਂ ਸਾਡੇ ਕੋਲੇ ਹੱਲ ਕੀ ਹੈ ਕਿ ਅਸੀਂ ਉਸ ਡਾਟੇ ਨੂੰ, ਜਿਹੜਾ ਅਸੀਂ ਵੇਰੀਏਬਲਸ ਦੇ ਵਿੱਚ ਇਨਪੁਟ ਤਾਂ ਉਵੇਂ ਹੀ ਹੋਏਗਾ, ਵੇਰੀਏਬਲ ਡਿਕਲੇਅਰ ਹੋਣਗੇ, ਡਾਟਾ ਇਨਪੁਟ ਕਰਾਉਣਾ ਹੋਏਗਾ, ਇਨਪੁਟ ਸਟੇਟਮੈਂਟਸ ਨੇ ਜਿਹੜੀਆਂ ਸੀਐਨ ਦੇ ਨਾਲ, ਪਰ ਉਹ ਡਾਟਾ ਪ੍ਰੋਗਰਾਮ ਦੇ ਐਂਡ ਹੋਣ ਤੋਂ ਪਹਿਲਾਂ ਕਿਸੇ ਫਾਈਲ ਦੇ ਵਿੱਚ ਸਟੋਰ ਕਰ ਲਿਆ ਜਾਵੇ ਤਾਂ ਉਹ ਪਰਮਾਨੈਂਟ ਹੋ ਜਾਏਗਾ। ਉਹ ਹਾਰਡ ਡਿਸਕ ਤੇ ਸੇਵ ਹੋ ਜਾਏਗਾ, ਉਸ ਨੂੰ ਪੈਨ ਡਰਾਈਵ ਤੇ ਕਾਪੀ ਕੀਤਾ ਜਾ ਸਕਦਾ ਹੈ, ਉਸ ਨੂੰ ਇੰਟਰਨੈਟ ਤੇ ਕਿਸੇ ਨੂੰ ਸੈਂਡ ਕੀਤਾ ਜਾ ਸਕਦਾ ਹੈ, ਉਹ ਡਾਟਾ ਵਟਸਐਪ ਤੇ ਭੇਜਿਆ ਜਾ ਸਕਦਾ ਹੈ, ਕਿਉਂਕਿ ਉਹਦੀ ਫਾਈਲ ਬਣ ਗਈ। ਸੋ ਡਾਟਾ ਨੂੰ ਪਰਮਾਨੈਂਟਲੀ ਸਟੋਰ ਕਰਨ ਦੇ ਲਈ ਸਾਨੂੰ ਫਾਈਲ ਦੀ ਜ਼ਰੂਰਤ ਪੈਂਦੀ ਹੈ। ਅਸੀਂ ਫਾਈਲ ਬਣਾਉਂਦੇ ਹਾਂ, ਉਹਦੇ ਵਿੱਚ ਉਹ ਡਾਟਾ ਟਰਾਂਸਫਰ ਕਰਦੇ ਹਾਂ ਤੇ ਉਸ ਤੋਂ ਬਾਅਦ ਫਾਈਲ ਕਲੋਜ਼ ਕਰ ਦਿੰਦੇ ਹਾਂ। ਪਹਿਲਾਂ ਫਾਈਲ ਓਪਨ ਕਰਨੀ ਪੈਂਦੀ ਹੈ, ਫਿਰ ਉਹਦੇ ਵਿੱਚ ਡਾਟਾ ਰਾਈਟ ਕਰਨਾ ਪੈਂਦਾ, ਫਿਰ ਉਹ ਫਾਈਲ ਕਲੋਜ਼ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਪ੍ਰੋਗਰਾਮ ਅਗਰ ਕਲੋਜ਼ ਹੋ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਡਾਟਾ ਫਾਈਲ ਦੇ ਵਿੱਚ ਪਰਮਾਨੈਂਟਲੀ ਸਟੋਰ ਹੋ ਜਾਂਦਾ ਹੈ। ਇਹ ਪਰਪਸ ਹੈ ਅੱਜ ਦੇ ਇਸ ਲੈਕਚਰ ਦਾ, ਕਿ ਫਾਈਲਸ ਕਿਵੇਂ ਬਣਨਗੀਆਂ, ਕਿਵੇਂ ਡਾਟਾ ਰਾਈਟ ਹੋਏਗਾ। So, to read or write data to and from files, those files need to be open, and after completing the operations, those files need to be closed. ਜਦੋਂ ਵੀ ਕਿਸੇ ਫਾਈਲ ਤੇ ਆਪਾਂ ਕੰਮ ਕਰਨਾ ਹੈ, ਉਹ ਪਹਿਲਾਂ ਓਪਨ ਹੋਏਗੀ, ਚਾਹੇ ਰੀਡ ਕਰਨਾ ਹੋਵੇ ਚਾਹੇ ਰਾਈਟ ਕਰਨਾ ਹੋਵੇ। ਉਸ ਤੋਂ ਬਾਅਦ ਉਹਦੇ ਤੇ ਜੋ ਤੁਸੀਂ ਕਰਨਾ ਉਹ ਕੰਮ ਕਰੋਗੇ ਰੀਡ ਰਾਈਟ ਦਾ, ਫਿਰ ਉਹ ਕਲੋਜ਼ ਵੀ ਹੋਏਗੀ। ਓਪਨ ਅਤੇ ਕਲੋਜ਼ ਦਾ ਆਪਰੇਸ਼ਨ ਹਰੇਕ ਫਾਈਲ ਤੇ ਹੋਏਗਾ ਹੀ। To open a file for reading an object of IF stream, input file stream, IF stream मतलब input file stream, class is created and the file name is passed as an argument। ਕਿਵੇਂ ਫਾਈਲ ਓਪਨ ਹੋਏਗੀ, ਆ ਸਟੇਟਮੈਂਟ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਦਿੱਤੀ ਹੋਈ। IF stream ਇੱਕ ਕਲਾਸ ਹੈ, ਬਿਲਟ ਇਨ ਕਲਾਸ ਹੈ, ਅਸੀਂ ਨਹੀਂ ਬਣਾਉਂਦੇ। IF stream ਦੇ ਅੰਦਰ ਫਾਈਲ ਕਿਵੇਂ ਓਪਨ ਹੋਣੀ ਹੈ ਉਹਦੀ ਕੋਡਿੰਗ ਪਹਿਲਾਂ ਹੀ ਹੋਈ ਹੋਈ ਹੈ। ਅਸੀਂ ਸਿਰਫ ਉਹਦਾ ਇੱਕ ਆਬਜੈਕਟ ਕ੍ਰੀਏਟ ਕਰਦੇ ਹਾਂ। ਆਹ ਆਬਜੈਕਟ ਦਾ ਨਾਮ ਹੈ, ਤੁਸੀਂ ਕੋਈ ਵੀ ਨਾਮ ਰੱਖ ਸਕਦੇ ਹੋ। ਮੈਂ ਇਹ ਕਾਹਦੇ ਲਈ ਹੈ, ਰਾਈਟ ਕਰਨਾ ਡਾਟਾ। ਇਨਪੁਟ ਮਤਲਬ ਰੀਡ ਕਰਨਾ, ਆਊਟਪੁੱਟ ਮਤਲਬ ਰਾਈਟ ਕਰਨਾ।
ਸੋ ਜਦੋਂ ਵੀ ਅਸੀਂ IF ਸਟਰੀਮ ਕਲਾਸ ਦਾ ਆਬਜੈਕਟ ਲਵਾਂਗੇ, ਅਸੀਂ ਡਾਟਾ ਰੀਡ ਕਰਨ ਦੇ ਲਈ ਡਾਟਾ ਉਹਦੇ ਵਿੱਚੋਂ ਇਨਪੁਟ ਕਰਨਾ ਹੈ, ਰੀਡ ਕਰਨਾ ਚਾਹੁੰਦੇ ਹਾਂ, ਜਿਵੇਂ ਕੀਬੋਰਡ ਤੋਂ ਰੀਡ ਕਰਦੇ ਹਾਂ ਉਸ ਤਰ੍ਹਾਂ ਨਾਲ, ਤਾਂ ਅਸੀਂ IF ਸਟਰੀਮ ਕਲਾਸ ਦਾ ਆਬਜੈਕਟ ਕ੍ਰੀਏਟ ਕਰ ਲਾਂਗੇ। ਜਦੋਂ ਅਸੀਂ OF ਸਟਰੀਮ ਕਲਾਸ ਦਾ ਆਬਜੈਕਟ ਕ੍ਰੀਏਟ ਕਰਾਂਗੇ ਤਾਂ ਇਹਦਾ ਮਤਲਬ ਅਸੀਂ ਉਹਦੇ 'ਚ ਡਾਟਾ ਰਾਈਟ ਕਰਨਾ, ਫਾਈਲ ਦੇ ਵਿੱਚ ਨਵਾਂ ਡਾਟਾ ਰਾਈਟ ਕਰਨਾ ਅਸੀਂ, ਤਾਂ ਅਸੀਂ OF ਸਟਰੀਮ ਕਲਾਸ ਦਾ ਆਬਜੈਕਟ ਲੈ ਲਾਂਗੇ। ਸੋ ਇਹ ਗੱਲਾਂ ਧਿਆਨ ਰੱਖਣੀਆਂ ਨੇ। ਇਨਪੁਟ ਸਟਰੀਮ ਮਤਲਬ ਤੁਸੀਂ ਫਾਈਲ 'ਚੋਂ ਡਾਟਾ ਰੀਡ ਕਰਨਾ ਚਾਹੁੰਦੇ ਹੋ। OF ਸਟਰੀਮ ਮਤਲਬ ਤੁਸੀਂ ਫਾਈਲ 'ਚੋਂ ਡਾਟਾ, ਫਾਈਲ ਦੇ ਵਿੱਚ ਡਾਟਾ ਰਾਈਟ ਕਰਨਾ ਚਾਹੁੰਦੇ ਹੋ। So to open file for writing, an object of OF stream class is created, ਜਿਵੇਂ ਕਿਹਾ ਦਿੱਤਾ ਹੈ। ਦੋਨਾਂ ਦਾ ਤਰੀਕਾ ਸੇਮ ਹੀ ਹੈ, ਬਸ ਇਹ ਹੈ ਕਿ ਅਸੀਂ IF stream ਦਾ ਆਬਜੈਕਟ ਲੈ ਰਹੇ ਹਾਂ ਜਾਂ OF stream। All the streams are automatically closed। Stream ਹੁੰਦੀ ਕੀ ਹੈ? Stream is the flow of data। Flow of data ਨੂੰ stream ਕਹਿੰਦੇ ਆ। From one source to one destination, ਜਿਵੇਂ ਕੀਬੋਰਡ ਤੋਂ ਮੈਮਰੀ ਤੱਕ, ਮੈਮਰੀ ਤੋਂ ਮੋਨੀਟਰ ਤੱਕ, ਇਹ ਸਟਰੀਮ ਦੇ ਫਾਰਮ ਦੇ ਵਿੱਚ ਡਾਟਾ ਫਲੋ ਕਰਦਾ ਹੈ, ਤਾਂ ਅਸੀਂ ਇਨਪੁਟ ਸਟਰੀਮ ਜਾਂ ਆਊਟਪੁੱਟ ਸਟਰੀਮ ਉਸ ਨੂੰ ਨਾਮ ਦਿੰਦੇ। ਆਲ ਦੋ ਸਟਰੀਮਸ ਆਰ ਆਟੋਮੈਟਿਕਲੀ ਕਲੋਜ਼ਡ ਵੈਨ ਦੇ ਗੋ ਆਊਟ ਆਫ ਸਕੋਪ। ਸਟਰੀਮਸ ਜਿਹੜੀਆਂ ਨੇ ਕਲੋਜ਼ ਹੋ ਜਾਂਦੀਆਂ ਨੇ ਜਦੋਂ ਉਹਨਾਂ ਦੀ ਜ਼ਰੂਰਤ ਨਹੀਂ ਪੈਂਦੀ ਜਾਂ ਉਹ ਪ੍ਰੋਗਰਾਮ ਦਾ ਐਂਡ ਹੋ ਜਾਂਦਾ, ਤਾਂ ਉਸ ਵੇਲੇ this invokes their destructors। ਇੱਥੇ is word ਨਹੀਂ ਹੋਣਾ ਚਾਹੀਦਾ ਸੀ। this invokes their destructors and closes the associated file। closes the associated file। ਸੋ ਜਦੋਂ ਵੀ ਆਊਟ ਆਫ ਸਕੋਪ ਦਾ ਮਤਲਬ ਹੋ ਗਿਆ ਕਿ ਜਿਵੇਂ ਪ੍ਰੋਗਰਾਮ ਦਾ ਐਂਡ ਹੋ ਗਿਆ, ਜਾਂ ਜਿਸ ਬਲੌਕ ਦੇ ਵਿੱਚ ਉਸ ਫਾਈਲ ਨੂੰ ਓਪਨ ਕੀਤਾ ਸੀ ਉਸ ਬਲੌਕ ਦਾ ਐਂਡ ਹੋ ਗਿਆ, ਤਾਂ ਉਹਨੂੰ ਆਊਟ ਆਫ ਸਕੋਪ ਕਿਹਾ ਜਾਂਦਾ। ਤਾਂ ਉਹਦੇ ਨਾਲ ਆਟੋਮੈਟਿਕਲੀ ਉਹ ਜਿਹੜੇ IF ਸਟਰੀਮ ਜਾਂ OF ਸਟਰੀਮ ਦੇ ਅੰਦਰ ਡਿਸਟਰਕਟਰ ਬਣੇ ਹੋਏ ਨੇ ਉਹ ਕਾਲ ਹੋ ਜਾਂਦੇ ਨੇ, ਤੇ ਸਾਡੀ ਜਿਹੜੀ ਫਾਈਲ ਹੈ ਉਹ ਕਲੋਜ਼ ਹੋ ਜਾਂਦੀ ਹੈ। ਬਟ ਸਮਟਾਈਮਸ ਇਟ ਇਜ਼ ਰਿਕੁਆਇਰਡ ਟੂ ਕਲੋਜ਼ ਏ ਸਟਰੀਮ ਬਿਫੋਰ ਸਮ ਅਦਰ। ਕਈ ਵਾਰ ਅਸੀਂ ਆਪ ਉਹਨੂੰ ਕਲੋਜ਼ ਕਰਨਾ ਚਾਹੁੰਦੇ ਹਾਂ, ਜਿਵੇਂ ਮੰਨ ਲਓ ਸਕੋਪ ਦਾ ਐਂਡ ਨਹੀਂ ਹੋਇਆ, ਅਸੀਂ ਫਾਈਲ ਨੂੰ ਕਲੋਜ਼ ਕਰਕੇ ਦੁਬਾਰਾ ਰੀਡ ਮੋਡ ਦੀ ਬਜਾਏ ਰਾਈਟ ਮੋਡ 'ਚ ਓਪਨ ਕਰਨਾ ਚਾਹੁੰਦੇ ਹਾਂ ਉਹੀ ਫਾਈਲ ਦੁਬਾਰਾ, ਤਾਂ ਸਾਨੂੰ ਕਲੋਜ਼ ਕਰਨੀ ਪਏਗੀ। ਸੋ ਵੀ ਯੂਜ਼ ਕਲੋਜ਼ ਮੈਂਬਰ ਫੰਕਸ਼ਨ ਫॉर ਦਿਸ। ਅਸੀਂ ਸਿਰਫ ਆਬਜੈਕਟ ਦੇ ਨਾਲ ਡਾਟ ਕਲੋਜ਼ ਫੰਕਸ਼ਨ ਕਾਲ ਕਰ ਲੈਣਾ, ਉਹ ਜਿਹੜੀ ਸਟਰੀਮ ਓਪਨ ਹੋਈ ਹੋਏਗੀ ਉਹ ਕਲੋਜ਼ ਹੋ ਜਾਏਗੀ। ਇਸ ਤਰ੍ਹਾਂ ਨਾਲ ਫਾਈਲਸ ਜਿਹੜੀਆਂ ਨੇ ਉਹ ਓਪਨ ਐਂਡ ਕਲੋਜ਼ ਕੀਤੀਆਂ ਜਾ ਸਕਦੀਆਂ ਨੇ ਜਦੋਂ ਵੀ ਲੋੜ ਪੈਂਦੀ। ਹੁਣ ਅਸੀਂ ਪ੍ਰੋਗਰਾਮ ਦੇਖਦੇ ਹਾਂ ਜਿਸ ਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਲਵਾਂਗੇ ਕਿ ਰੀਡ ਕਿਵੇਂ ਹੋਏਗਾ ਡਾਟਾ ਤੇ ਰਾਈਟ ਕਿਵੇਂ ਹੋਏਗਾ। ਐਗਜ਼ਾਮਪਲ ਫॉर ਫਾਈਲ ਰੀਡ ਐਂਡ ਰਾਈਟ। ਸੋ ਅਸੀਂ ਦੋ ਇਹਦੇ 'ਚ ਲਾਇਬ੍ਰੇਰੀ ਹੈਡਰ ਫਾਈਲਸ ਇਨਕਲੂਡ ਕਰਾਂਗੇ। ਇੱਕ ਤਾਂ IO ਸਟਰੀਮ, ਉਹ ਕਾਹਦੇ ਲਈ ਹੈ? CIN ਅਤੇ COUT ਨਾਂ ਦੇ ਜਿਹੜੇ ਆਬਜੈਕਟ ਨੇ ਉਹ IO stream .h ਡਿਕਲੇਅਰਡ ਨੇ, ਉਹਨਾਂ ਨੂੰ ਤਾਂ ਯੂਜ਼ ਕਰ ਸਕਦੇ ਹਾਂ ਜੇ ਅਸੀਂ ਇਹਨੂੰ ਇਨਕਲੂਡ ਕਰਾਂਗੇ। ਇਹ ਆਪਾਂ ਪਹਿਲਾਂ ਡਿਸਕਸ ਕਰ ਸਕਦੇ ਹਾਂ। ਪਰ ਅੱਜ ਅਸੀਂ ਜਿਹੜੇ ਯੂਜ਼ ਕਰਨਾ ਹੈ, ਅਸੀਂ OF ਸਟਰੀਮ ਤੇ ਜੋ ਹੈ ਸਾਡਾ ਇਹ IF ਸਟਰੀਮ, ਇਹ ਆਬਜੈਕਟ, ਇਹ ਕਲਾਸਿਸ ਅਸੀਂ ਯੂਜ਼ ਕਰਨੀਆਂ ਨੇ, ਇਹਨਾਂ ਦੇ ਆਬਜੈਕਟ ਡਿਕਲੇਅਰ ਕਰਨੇ ਨੇ। ਸੋ ਅਸੀਂ F stream .h ਨੂੰ ਵੀ ਇਨਕਲੂਡ ਕਰਾਂਗੇ ਕਿਉਂਕਿ ਉਹ ਇਹਦੇ ਵਿੱਚ ਅਸੀਂ 3 ਵੇਰੀਏਬਲ ਡਿਕਲੇਅਰ ਕਰੇ ਨੇ ਸੈਂਪਲ ਡਾਟਾ ਦੇ ਤੌਰ ਤੇ, ਵੀ ਆਪਾਂ ਇਹ ਡਾਟਾ ਫਾਈਲ 'ਚ ਰਾਈਟ ਕਰਨਾ ਚਾਹੁੰਦੇ ਹਾਂ। X ਲੈ ਲਿਆ ਇੰਟੀਜਰ ਟਾਈਪ ਦਾ 100 ਵੈਲਿਊ, Y ਲੈ ਲਿਆ ਫਲੋਟ ਟਾਈਪ ਦਾ 78.5 ਵੈਲਿਊ, ਕਰੈਕਟਰ ਲੈ ਲਿਆ C, ਇਹਦੇ 'ਚ W ਸਟੋਰ ਕਰਿਆ ਇਹਦੀ ਵੈਲਿਊ। ਅਸੀਂ ਇੱਕ ਆਊਟਪੁੱਟ ਮੋਡ ਦੇ ਵਿੱਚ ਫਾਈਲ ਓਪਨ ਕਰਾਂਗੇ ਕਿਉਂਕਿ ਅਸੀਂ ਰਾਈਟ ਕਰਾਂਗੇ ਪਹਿਲਾਂ ਡਾਟਾ। ਸੋ OF ਸਟਰੀਮ ਕਲਾਸ ਦਾ ਆਬਜੈਕਟ ਲੈ ਲਿਆ, ਆਊਟ ਫਾਈਲ ਉਸ ਦਾ ਆਬਜੈਕਟ ਦਾ ਨਾਮ ਰੱਖਿਆ, ਤੇ ਆਹ ਫਾਈਲ ਸਾਡੀ ਓਪਨ ਹੋ ਜਾਏਗੀ ਆਊਟਪੁੱਟ ਮੋਡ ਦੇ ਵਿੱਚ। ਹੁਣ ਇਸ ਫਾਈਲ 'ਚ ਅਸੀਂ ਡਾਟਾ ਰਾਈਟ ਕਰ ਸਕਦੇ। ਸੋ ਅਸੀਂ ਕਿਵੇਂ ਲਿਖਾਂਗੇ, ਕਿਵੇਂ ਰਾਈਟ ਕਰਾਂਗੇ? ਆਊਟ ਫਾਈਲ ਦੇ ਉੱਤੇ ਉਸੇ ਤਰ੍ਹਾਂ ਨਾਲ ਅਸੀਂ ਆਪਰੇਟਰ ਜਿਹੜੇ ਨੇ ਇਹ ਯੂਜ਼ ਕਰ ਲਾਂਗੇ ਜਿਹੜੇ ਅਸੀਂ ਪਹਿਲਾਂ CIN ਦੇ ਨਾਲ ਜਾਂ COUT ਦੇ ਨਾਲ ਯੂਜ਼ ਕਰਦੇ ਹੁੰਦੇ ਸੀ। ਅਸੀਂ COUT ਦੇ ਨਾਲ ਇਹ ਆਪਰੇਟਰ ਯੂਜ਼ ਕਰਦੇ ਹੁੰਦੇ ਸੀ।
ਸੀ ਆਊਟ ਦੇ ਨਾਲ ਜਿਹੜਾ ਇਹ ਆਪਰੇਟਰ ਲੱਗਦਾ ਸੀ, ਇਸੇ ਆਪਰੇਟਰ ਦੀ ਮਦਦ ਦੇ ਨਾਲ ਅਸੀਂ ਫਾਈਲ ਦੇ ਵਿੱਚ ਵੀ ਰਾਈਟ ਕਰ ਸਕਦੇ ਹਾਂ, ਕਿਉਂਕਿ ਡਾਟੇ ਨੂੰ C++ ਸਟਰੀਮ ਦੇ ਤੌਰ ਤੇ ਕੰਸਿਡਰ ਕਰਦੀ ਹੈ। ਸੋ ਜਿਸ ਤਰੀਕੇ ਦੇ ਨਾਲ ਡਾਟਾ ਸਕਰੀਨ ਤੇ ਭੇਜਿਆ ਜਾਂਦਾ ਹੈ, ਉਸੇ ਤਰੀਕੇ ਨਾਲ ਫਾਈਲ 'ਚ ਭੇਜਿਆ ਜਾਂਦਾ ਹੈ। ਸੇਮ ਆਪਰੇਟਰ ਯੂਜ਼ ਹੋ ਰਿਹਾ ਹੈ ਡਾਟੇ ਨੂੰ ਫਾਈਲ 'ਚ ਰਾਈਟ ਕਰਨ ਲਈ ਵੀ ਤੇ ਡਾਟੇ ਨੂੰ ਸਕਰੀਨ ਤੇ ਰਾਈਟ ਕਰਨ ਲਈ। ਸੀ ਆਊਟ ਨਾਲ ਵੀ ਇਹੀ ਆਪਰੇਟਰ ਯੂਜ਼ ਹੁੰਦਾ ਹੈ, ਸਕਰੀਨ ਤੇ ਰਾਈਟ ਹੁੰਦਾ ਹੈ। ਜਦੋਂ ਅਸੀਂ ਕਿਸੇ ਫਾਈਲ ਦੇ ਆਬਜੈਕਟ ਤੇ ਰਾਈਟ ਕਰਦੇ ਹਾਂ, ਉਦੋਂ ਵੀ ਅਸੀਂ ਇਹੀ ਆਪਰੇਟਰ ਯੂਜ਼ ਕਰ ਰਹੇ ਹਾਂ। ਸੇਮ ਉਹੀ ਤਰੀਕਾ ਹੈ ਡਾਟਾ ਰਾਈਟ ਕਰਨ ਦਾ, ਫਰਕ ਸਿਰਫ ਇਹ ਪੈ ਗਿਆ ਕਿ ਇੱਥੇ ਅਸੀਂ ਜਿਹੜਾ ਆਬਜੈਕਟ ਦਿੱਤਾ ਹੈ ਸੀ ਆਊਟ ਦੀ ਬਜਾਏ ਅਸੀਂ ਇੱਕ ਆਊਟਪੁੱਟ ਫਾਈਲ ਦਾ ਆਬਜੈਕਟ ਦੇ ਦਿੱਤਾ, ਤਾਂ ਡਾਟਾ ਸਕਰੀਨ ਤੇ ਜਾਣ ਦੀ ਬਜਾਏ ਫਾਈਲ ਦੇ ਵਿੱਚ ਚਲਾ ਜਾਏਗਾ। ਵੈਰੀ ਈਜ਼ੀ। ਉਸ ਤੋਂ ਬਾਅਦ ਅਸੀਂ ਇਸ ਫਾਈਲ ਨੂੰ ਕਲੋਜ਼ ਕਰ ਦਿੱਤਾ। ਹੁਣ ਅਸੀਂ ਫਾਈਲ ਦੇ ਵਿੱਚੋਂ ਡਾਟਾ ਰੀਡ ਕਰਨਾ ਵੀ ਦੇਖ ਲੈਂਦੇ ਹਾਂ। ਅਸੀਂ ਹੋਰ 3 ਵੇਰੀਏਬਲ ਉਸੇ ਤਰ੍ਹਾਂ ਦੇ ਡਿਕਲੇਅਰ ਕਰ ਲਏ ਨੇ ਜਿਨ੍ਹਾਂ 'ਚ ਅਸੀਂ ਡਾਟਾ ਰੀਡ ਕਰਨਾ ਚਾਹੁੰਦੇ ਹਾਂ। ਸੋ ਫਾਈਲ ਕਿਉਂਕਿ ਅਸੀਂ ਰੀਡ ਕਰਨਾ ਹੈ, ਤਾਂ ਉਸੇ ਫਾਈਲ ਨੂੰ ਅਸੀਂ IF ਸਟਰੀਮ ਕਲਾਸ ਦਾ ਆਬਜੈਕਟ ਡਿਕਲੇਅਰ ਕਰ ਲਿਆ ਇਨ ਫਾਈਲ। ਉਹੀ ਫਾਈਲ ਅਸੀਂ ਜਿਹੜੀ ਪਹਿਲਾਂ ਅਸੀਂ ਆਊਟਪੁੱਟ ਮੋਡ ਲਈ ਖੋਲੀ ਸੀ, ਉਹ ਹੁਣ ਅਸੀਂ ਇਨਪੁੱਟ ਦੇ ਲਈ ਓਪਨ ਕਰ ਲਈ। ਤੇ ਜਿਵੇਂ ਅਸੀਂ CN ਦੇ ਨਾਲ ਕੀਬੋਰਡ ਤੋਂ ਡਾਟਾ ਰੀਡ ਕਰਦੇ ਸੀ, ਉਹੀ ਆਪਰੇਟਰ ਯੂਜ਼ ਕਰਕੇ ਅਸੀਂ ਫਾਈਲ ਦੇ ਵਿੱਚੋਂ ਡਾਟਾ ਰੀਡ ਕਰ ਰਹੇ ਹਾਂ। ਦੇਖੋ ਸਿਰਫ ਇਹ ਫਰਕ ਹੈ ਕਿ ਇੱਥੇ ਇੱਕ ਹੁਣ CN ਦੀ ਜਗ੍ਹਾ ਦੇ ਉੱਤੇ ਇਨਪੁੱਟ ਫਾਈਲ ਜਿਹੜੀ ਅਸੀਂ ਰੀਡ ਲਈ ਓਪਨ ਕੀਤੀ ਹੈ, ਉਸ ਦਾ ਆਬਜੈਕਟ ਆ ਗਿਆ। ਸੋ ਜਿਵੇਂ CN ਕੀਬੋਰਡ ਤੋਂ ਰੀਡ ਕਰਦਾ ਸੀ ਡਾਟਾ, ਤੋ ਇਹ ਆਪਰੇਟਰ ਉਸ ਫਾਈਲ ਆਬਜੈਕਟ ਚੋਂ ਡਾਟਾ ਰੀਡ ਕਰ ਲਿਆ। ਅੱਗੇ ਅਸੀਂ ਸੀ ਆਊਟ ਦੀ ਮਦਦ ਦੇ ਨਾਲ ਜਿਹੜਾ ਡਾਟਾ ਰੀਡ ਕਰਿਆ ਉਸ ਨੂੰ ਸਕਰੀਨ ਤੇ ਸ਼ੋ ਕਰ ਰਹੇ ਹਾਂ, ਤਾਂ ਜੋ ਸਾਨੂੰ ਇਹ ਪਤਾ ਲੱਗ ਜਾਵੇ ਕਿ ਡਾਟਾ ਸਾਰਾ ਸਹੀ ਰੀਡ ਹੋਇਆ ਜਾਂ ਨਹੀਂ। ਸੋ ਇੱਕ ਡੈਮੋ ਮੈਂ ਪ੍ਰੋਗਰਾਮ ਦਿੱਤਾ, ਇਸ ਨੂੰ ਆਪਾਂ ਜਿੰਨਾ ਵੀ ਚਾਹੀਏ ਅੱਗੇ ਐਕਸਟੈਂਡ ਕਰ ਸਕਦੇ ਹਾਂ। ਮਲਟੀਪਲ ਡਾਟਾ ਆਈਟਮ, ਬਹੁਤ ਸਾਰੇ ਸਟੂਡੈਂਟਸ ਦਾ ਡਾਟਾ ਉਹ ਕਰ ਸਕਦੇ ਹਾਂ। ਪਰ ਬੇਸਿਕਲੀ ਸਮਝਣ ਲਈ ਕਿ ਪਹਿਲਾਂ ਗੱਲ ਸਮਝ ਲੱਗ ਜਾਵੇ, ਮੈਂ ਇਸ ਨੂੰ ਸਿੰਪਲ ਰੱਖਿਆ ਹੈ। ਸਿਰਫ 3 ਵੇਰੀਏਬਲ ਰਾਈਟ ਕੀਤੇ ਨੇ, ਫਿਰ ਉਹ ਤਿੰਨੋਂ ਵੇਰੀਏਬਲ ਜਿਹੜੇ ਅਸੀਂ ਰਾਈਟ ਕਰੇ ਸੀ ਡਾਟਾ 3 ਡਾਟਾ ਆਈਟਮਸ, ਉਹਨਾਂ ਨੂੰ 3 ਹੋਰ ਵੇਰੀਏਬਲ 'ਚ ਰੀਡ ਕਰਕੇ ਮੈਂ ਤੁਹਾਨੂੰ ਸ਼ੋਅ ਕਰਵਾ ਦਿੱਤਾ, ਤਾਂ ਜੋ ਸਿੰਪਲ ਜਿਹਾ ਪ੍ਰੋਗਰਾਮ ਹੈ ਜਿਹੜਾ ਜੇ ਕੰਪਲੈਕਸ ਬਣਾ ਦਿੰਦਾ, ਫਿਰ ਇਹਦਾ ਜਿਹੜਾ ਮੇਨ ਮੋਟਿਵ ਸੀ ਕਿ ਰੀਡ ਐਂਡ ਰਾਈਟ ਕਿਵੇਂ ਹੁੰਦਾ, ਉਹ ਨਹੀਂ ਸੀ ਸਮਝ ਲੱਗਣਾ। ਸੋ ਸਿਰਫ ਉਹਦੇ ਤੇ ਕਨਸੈਂਟਰੇਟ ਕੀਤਾ ਗਿਆ ਕਿ ਕਿਵੇਂ ਡਾਟਾ ਰੀਡ ਹੋ ਸਕਦਾ ਹੈ ਫਾਈਲ 'ਚੋਂ, ਕਿਵੇਂ ਰਾਈਟ ਹੋ ਸਕਦਾ। ਅੱਗੇ ਜੋ ਆਪਾਂ ਇਹਦੇ ਤੇ ਐਕਸਪੈਰੀਮੈਂਟ ਕਰ ਸਕਦੇ ਹਾਂ ਲੈਬ ਦੇ ਵਿੱਚ, ਅਸੀਂ ਇਹਦੇ ਤੇ ਮਲਟੀਪਲ ਡਾਟਾ ਆਈਟਮਸ ਇਨਪੁੱਟ ਕਰ ਸਕਦੇ ਹਾਂ, ਲੂਪ ਲਾ ਕੇ ਬਹੁਤ ਸਾਰੇ ਰਿਕਾਰਡ ਵੀ ਇਨਪੁੱਟ ਕਰ